ਦੇ ਵਿੱਚ ਤੁਸੀਂ ਦੇਖਿਆ ਸਰੇਆਮ ਬੂਥ ਕੈਪਚਰਿੰਗ ਗੁੰਡਾਗਰਦੀ ਦਾ ਨੰਗਾ ਨਾਚ ਬਾਹਰੋਂ ਜਿਹੜੇ ਅਗਿਆਤ ਲੋਕ ਆਏ ਸੀਗੇ ਉਹਨਾਂ ਨੇ ਬੂਥ ਕਿਸ ਤਰ੍ਹਾਂ ਕੈਪਚਰ ਕੀਤੇ ਤੁਹਾਨੂੰ ਸਾਰੀ ਪਲ ਦੀ ਜਾਣਕਾਰੀ ਨਿਊਜ਼ 89 ਪੰਜਾਬ ਤੇ ਦਿੱਤੀ ਜਾ ਰਹੀ ਹੈ। ਸਾਡੇ ਨਾਲ ਮੌਜੂਦ ਹੈ ਜਥੇਦਾਰ ਸੁਰਜੀਤ ਸਿੰਘ ਗੜੀ। ਆਪਾਂ ਉਹਨਾਂ ਤੋਂ ਪੁੱਛਦੇ ਹਾਂ ਇਹ ਜੋ ਮਾਹੌਲ ਬਣਿਆ ਸ਼ਹਿਰ ਦਾ ਇਹਦੀ ਅਸਲੀ ਵਜ੍ਹਾ ਕੀ ਹੈ, ਕੌਣ ਹੈ ਜ਼ਿੰਮੇਵਾਰ? ਹਾਂਜੀ ਗੜੀ ਸਾਹਿਬ ਕੀ ਕਹਿਣਾ ਚਾਹੁੰਦੇ? ਇਹਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਅਸੀਂ ਤਾਂ ਬਹੁਤ ਦਿਨਾਂ ਤੋਂ ਪਹਿਲਾਂ ਤੋਂ ਹੀ ਖਦਸ਼ਾ ਜ਼ਾਹਰ ਕਰ ਰਹੇ ਹਾਂ। ਸਿੱਧੇ ਤੌਰ ਤੇ ਇਸ ਦਾ ਜ਼ਿੰਮੇਵਾਰ ਹਰਦਿਆਲ ਸਿੰਘ ਕੰਬੋਜ ਹੈ ਜੋ ਧੱਕੇ ਕਰਨ ਦਾ ਇਹੋ ਜਿਹੇ ਪਹਿਲਾਂ ਤੋਂ ਹੀ ਉਹ ਆਦੀ ਹੈ ਔਰ ਸਵੇਰ ਤੋਂ ਉਸਨੇ ਬੂਥ ਕੈਪਚਰ ਕਰਨਾ ਜਾਲੀ ਵੋਟਾਂ ਪਾਣੀਆਂ ਉਸਨੇ ਸ਼ੁਰੂ ਕੀਤੀਆਂ ਹੋਈਆਂ। ਅਫਸੋਸ ਇਸ ਗੱਲ ਦਾ ਹੈ ਕਿ ਮਦਨ ਲਾਲ ਜਲਾਲਪੁਰ ਘਨੌਰ ਦਾ ਐਮਐਲਏ ਹੈ। ਮਦਨ ਲਾਲ ਜਲਾਲਪੁਰ ਉਸ ਦਾ ਬੇਟਾ ਉਸ ਦੇ ਨਾਲ ਗੁੰਡੇ ਸ਼ਰੇਆਮ ਆ ਕੇ ਸਾਡੇ ਉਮੀਦਵਾਰ ਦੀ ਪੱਗ ਤਾਰੀ ਹੈ ਔਰ ਦੂਸਰਾ ਸਾਡਾ ਇੱਕ ਅੰਮ੍ਰਿਤਧਾਰੀ ਸਪੋਰਟਰ ਹੈ ਉਸ ਨੂੰ ਲਹੂ ਲੁਹਾਨ ਕੀਤਾ, ਕੁੱਟਿਆ, ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਔਰ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਿੱਧੇ ਤੌਰ ਤੇ ਇਹਨਾਂ ਤੇ ਜਿੱਥੇ ਪਰਚਾ ਦਰਜ ਹੋਣਾ ਚਾਹੀਦਾ ਉੱਥੇ ਚੋਣ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਸਵੇਰ ਤੋਂ ਸਾਰੇ ਰਾਜਪੁਰੇ ਦੇ ਵਿੱਚ ਹਰਦਿਆਲ ਸਿੰਘ ਕੰਬੋਜ ਨੇ ਇੰਨਾ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ਕਿ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਜੋ ਉਸ ਦੇ ਕੰਮਕਾਰ ਨੇ ਚਾਹੇ ਉਹ ਨਕਲੀ ਸ਼ਰਾਬ ਹੈ, ਨਕਲੀ ਸੈਨੀਟਾਈਜ਼ਰ ਹੈ, ਜੂਏ ਸੱਟੇ ਦੇ ਅੱਡੇ ਨੇ ਔਰ ਸੈਕਸ ਸਕੈਂਡਲ ਹੈ, ਇਹ ਸਾਰਾ ਕੁਝ ਦੇਖ ਕੇ ਉਸ ਨੂੰ ਪਹਿਲਾਂ ਪਤਾ ਲੱਗ ਚੁੱਕਿਆ ਸੀ ਕਿ ਲੋਕਾਂ ਨੇ ਮੈਨੂੰ ਹਰਾਉਣਾ ਹੈ ਔਰ ਅੱਜ ਸਵੇਰ ਤੋਂ ਹੀ ਜ਼ਬਰਦਸਤੀ ਜਾਲੀ ਵੋਟਾਂ ਪਾ ਕੇ ਬੂਥ ਕੈਪਚਰ ਕਰਕੇ ਡਰਾ ਧਮਕਾ ਕੇ ਉਹ ਇਹ ਚੋਣਾਂ ਜਿੱਤਣਾ ਚਾਹੁੰਦਾ ਹੈ ਜਿਸ ਦਾ ਸਬੂਤ ਤੁਹਾਡੇ ਸਾਹਮਣੇ ਸਾਡੇ ਉਮੀਦਵਾਰ ਦੀ ਪੱਗ ਤਾਰੀ ਹੈ। ਅਸੀਂ ਮੰਗ ਕਰਦੇ ਹਾਂ ਕਿ ਧਾਰਮਿਕ ਤੌਰ ਤੇ ਉਹਨਾਂ ਗੁੰਡਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਧਾਰਮਿਕ ਤੌਰ ਤੇ ਜੋ ਪੱਗ ਉਤਾਰੀ ਹੈ ਉਸ ਤੇ ਵਿਰੋਧੀਆਂ ਤੇ 295 ਦਾ ਜੋ ਪਰਚਾ ਦਰਜ ਹੋਣਾ ਚਾਹੀਦਾ। ਗੜੀ ਸਾਹਿਬ ਜੋ ਸ਼ਹਿਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ, ਫੇਲੀਅਰ ਜੋ ਪੁਲਿਸ ਪ੍ਰਸ਼ਾਸਨ ਦੀ ਦੇਖੀ ਗਈ ਹੈ ਸ਼ਹਿਰ ਦੇ ਵਿੱਚ ਸਰੇਆਮ ਪੁਲਿਸ ਦੇ ਸਾਹਮਣੇ ਜਿਹੜੇ ਬੂਥ ਕੈਪਚਰਿੰਗ ਹੋਏ ਆ ਲੋਕ ਅੰਦਰੋਂ ਨਿਕਲ ਰਹੇ ਆ। ਸਰੇਆਮ ਨਿਊਜ਼ 89 ਪੰਜਾਬ ਤੇ ਦਿਖਾਇਆ ਕਿਸ ਤਰ੍ਹਾਂ ਮਸ਼ੀਨ ਨੂੰ ਇੱਕੋ ਹੀ ਬੰਦਾ ਲਗਾਤਾਰ ਦਬ ਕੇ ਵੋਟਾਂ ਪਾ ਰਿਹਾ ਹੈ ਛਾਬੜਾ ਜੀ ਦੇ ਵਾਰਡ ਦੇ ਵਿੱਚ। ਕੀ ਕਹਿਣਾ ਚਾਹੋਗੇ? ਨਹੀਂ, ਉਹ ਇਕੱਲੇ ਇੱਕ ਵਾਰਡ 'ਚ ਨਹੀਂ, ਸਾਰੇ ਵਾਰਡਾਂ ਦੇ ਵਿੱਚ ਸਾਡੇ 28 ਨੰਬਰ ਵਾਰਡ 'ਚ, ਸਾਡੇ 16 ਨੰਬਰ ਵਾਰਡ 'ਚ, 31 ਨੰਬਰ ਵਾਰਡ 'ਚ, ਕਈ ਹੋਰ ਵਾਰਡਾਂ ਵਿੱਚ ਜਿੱਥੇ ਸਾਡੇ ਪੋਲਿੰਗ ਏਜੰਟ ਬੈਠੇ ਸੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਕਿ ਵੋਟ ਜਾਲੀ ਹੈ ਤਾਂ ਪੁਲਿਸ ਨੂੰ ਬੁਲਾ ਕੇ ਐਸਐਚਓ ਖੁਦ ਆਪ ਆ ਕੇ ਉਹਨਾਂ ਫੜ ਕੇ ਉਹਨਾਂ ਦੇ ਗਲ ਤੋਂ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਕੇ ਗਏ ਔਰ ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਸੀ ਉਹਨਾਂ ਨੂੰ ਕਹਿ ਕੇ ਗਿਆ ਕਿ ਇਹ ਜੋ ਪੋਲਿੰਗ ਏਜੰਟ ਨੇ ਵਿਰੋਧ ਕਰਦੇ ਨੇ ਇਹਨਾਂ ਨੂੰ ਸ਼ਾਮ ਤੱਕ ਦੁਬਾਰਾ ਇੱਥੇ ਅੰਦਰ ਨਹੀਂ ਬੈਠਣ ਦੇਣਾ। ਜਿਹੜੇ ਕਰੀਬ 150 ਦੇ ਕਰੀਬ 200 ਦੇ ਕਰੀਬ ਮੁੰਡਾ ਜਿਹੜਾ ਬਾਹਰੋਂ ਅਗਿਆਤ ਜਿਹੜੇ ਕਦੀ ਦੇਖੇ ਵੀ ਨਹੀਂ ਗਏ ਸ਼ਹਿਰ ਦੇ ਵਿੱਚ ਉਹ ਘੁੰਮ ਰਿਹਾ, ਉਹਨਾਂ ਦੀ ਗੱਡੀਆਂ ਦੇ ਵਿੱਚ ਜਿਹੜਾ ਹੈਗਾ ਡੰਡੇ ਸੋਟੇ ਉਹਨਾਂ ਨੇ ਰੱਖੇ ਹੋਏ ਹੈ। ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਸ਼ਹਿਰ ਦੇ ਵਿੱਚ ਬਣ ਰਿਹਾ? ਐਮਐਲਏ ਸਾਹਿਬ ਕਹਿੰਦੇ ਸੀ ਪੱਤਾ ਵੀ ਨਹੀਂ ਹਿਲੇਗਾ, ਉਰੇ ਤਾਂ ਬਹੁਤ ਕੁਝ ਹੋ ਗਿਆ ਜੀ ਸ਼ਹਿਰ ਦੇ ਵਿੱਚ। ਪੱਤਾ ਨਹੀਂ ਹਿੱਲਿਆ, ਇੱਥੇ ਤਾਂ ਸਾਰੇ ਦਰਖਤ ਹਿੱਲ ਰਹੇ ਨੇ ਔਰ ਤੁਸੀਂ ਸ਼ਰੇਆਮ ਦੇਖੋ ਇਸ ਟਾਈਮ ਵੀ ਤੁਸੀਂ ਕੈਮਰੇ ਰਾਹੀਂ ਬਾਅਦ 'ਚ ਦਿਖਾਇਓ ਸਾਰੇ ਬੰਦੇ ਜੋ ਬਾਹਰ ਦੇ ਨੇ। ਇੱਥੇ ਦਾ ਨਾ ਕੋਈ ਵੋਟਰ ਹੈ ਨਾ ਸਪੋਰਟਰ ਹੈ। ਅਸੀਂ ਕਹਿ ਸਕਦੇ ਹਾਂ ਕਿ ਸ਼ਹਿਰ ਦਾ ਕੋਈ ਰਾਜਪੁਰੇ ਨਾਲ ਸੰਬੰਧਿਤ ਬੰਦਾ ਆ ਸਕਦਾ ਕੋਈ ਕਿਸੇ ਦੀ ਸਪੋਰਟ ਦੇ ਵਿੱਚ ਕੋਈ ਵੋਟ ਪਾਉਣ ਦੇ ਲਈ ਔਰ ਸਾਰੇ ਬੰਦੇ ਬਾਹਰ ਦੇ ਗੁੰਡੇ ਪਟਿਆਲੇ ਜ਼ਿਲ੍ਹੇ 'ਚੋਂ ਪਟਿਆਲੇ ਤੋਂ ਬਾਹਰ ਤੋਂ ਮੰਗਾਏ ਹੋਏ ਨੇ ਔਰ ਇੰਨਾ ਗੁੰਡਾਗਰਦੀ ਕੀਤੀ ਹੈ ਕਿ 72 ਸਾਲ ਦਾ ਸਾਰਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੈਂਡੀਡੇਟਾਂ ਨੂੰ ਤਾਂ ਧਮਕੀਆਂ ਦਿੱਤੀ ਜਾ ਰਹੀ ਹੈ, ਨਾਲ ਪੱਤਰਕਾਰਾਂ ਨੂੰ ਵੀ ਸਰੇਆਮ ਜਿਹੜਾ ਹੈ ਧਮਕੀਆਂ ਦਿੱਤੀਆਂ ਜਾ ਰਹੀਆਂ, ਦੇਖਣ ਦੀ ਗੱਲ ਕੀਤੀ ਜਾ ਰਹੀ ਹੈ, ਪੱਤਰਕਾਰਾਂ ਨੂੰ ਵੀ ਨੁਕਸਾਨ ਹੋ ਸਕਦਾ। ਕੀ ਕਹਿਣਾ ਚਾਹੋਗੇ? ਚੌਧਰੀ ਸਾਹਿਬ, ਜਿਸ ਤਰ੍ਹਾਂ ਇੱਕ ਇੱਥੇ ਸਾਡਾ ਇੱਕ ਭਰਾ ਉਹ ਵੀਡੀਓਗ੍ਰਾਫੀ ਕਰ ਰਿਹਾ ਸੀ, ਜਿਸ ਤਰ੍ਹਾਂ ਉਸ ਨੂੰ ਕੁੱਟ ਕੇ ਪੁਲਿਸ ਸ਼ਰੇਆਮ ਇੱਥੋਂ ਲੈ ਕੇ ਗਈ ਹੈ ਡੰਡੇ ਮਾਰਦੀ, ਜਿਸ ਤਰ੍ਹਾਂ ਉਸ ਦੀ ਕੁਟਾਈ ਕੀਤੀ ਹੈ, ਜਿਸ ਤਰ੍ਹਾਂ ਘੜੀਸ ਕੇ ਲੈ ਗਈ ਹੈ ਔਰ ਇਸ ਤੋਂ ਵੱਡੀ ਨਿੰਦਣ ਗੱਲ ਹੋਰ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਗੱਲ ਹੋਰ ਕੀ ਹੈ ਕਿ ਪੱਤਰਕਾਰਾਂ ਦੀ ਇਨਸਲਟ ਕਰ ਰਹੇ ਨੇ, ਬੇਇੱਜ਼ਤੀ ਕਰ ਰਹੇ ਨੇ, ਪੱਤਰਕਾਰਾਂ ਨੂੰ ਗਾਲਾਂ ਕੱਢ ਰਹੇ ਨੇ, ਧਮਕੀਆਂ ਦੇ ਰਹੇ ਨੇ ਔਰ ਇਸ ਤੋਂ ਵੱਧ ਕੋਈ ਮੇਰੇ ਖਿਆਲ 'ਚ ਗੱਲ ਨਹੀਂ ਹੋ ਸਕਦੀ। 31 ਨੰਬਰ ਵਾਰਡ ਦੇ ਵਿੱਚ ਸਾਡੀ ਬੀਬੀ ਜੋ ਸੁਕੰਤਲਾ ਬਾਜਵਾ ਹੈ ਉਸ ਦਾ ਬੇਟਾ ਉਹਨਾਂ ਦਾ ਇਲੈਕਸ਼ਨ ਏਜੰਟ ਹੈ, ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਇਹ ਕਿਹਾ ਕਿ ਜੇ ਦੁਬਾਰਾ ਅੰਦਰ ਆਇਆ ਸਿੱਧੀਆਂ ਗੋਲੀਆਂ ਮਾਰਾਂਗੇ। ਇੰਨੀ ਗੁੰਡਾਗਰਦੀ ਰਾਜਪੁਰੇ 'ਚ ਮੈਂ ਪਹਿਲਾਂ ਹੀ ਕਹਿ ਰਿਹਾ ਕਿ 72 ਸਾਲਾਂ ਦੇ ਵਿੱਚ ਪਹਿਲੇ ਵਾਰੀ ਦੇਖੀ ਹੈ ਕਿ ਇਸ ਤਰ੍ਹਾਂ ਹੋਇਆ ਹੈ। ਤੁਸੀਂ ਵਾਰਡ ਨੰਬਰ 2 ਦੇ ਵਿੱਚ ਖੜੇ ਹੋ, ਉਰੇ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਅੰਦਰ? ਤੁਸੀਂ ਬੂਥਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ? ਵੋਟਰਾਂ ਦਾ ਕੀ, ਵੋਟਰਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਕਿਤੇ ਨਾ ਕਿਤੇ, ਕੀ ਤੁਸੀਂ ਕਹਿਣਾ ਚਾਹੋਗੇ? ਨਹੀਂ, ਵੋਟਰਾਂ ਦੇ ਇਸ ਤਰ੍ਹਾਂ ਇਹੋ ਜਿਹੀ ਗੁੰਡਾਗਰਦੀ ਦੇ ਵਿੱਚ ਕੌਣ ਵੋਟ ਪਾਣਾ ਹੈਗਾ? ਲੋਕਾਂ ਦੇ ਵਿੱਚ ਇੰਨਾ ਡਰ ਪੈ ਗਿਆ, ਭੈ ਪੈ ਗਿਆ, ਇੰਨਾ ਸਹਿਮ ਹੈ ਔਰ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਚੋਣ ਕਮਿਸ਼ਨ
ਪੰਜਾਬ ਨੂੰ, ਡੀਸੀ ਪਟਿਆਲਾ ਨੂੰ, ਐਸਡੀਐਮ ਰਾਜਪੁਰਾ ਨੂੰ ਕਿ ਤੁਰੰਤ ਇਹ ਚੋਣ ਜੋ ਹੈ ਇਸ ਵਾਰਡ ਦੀ ਰੱਦ ਕਰਕੇ ਦੁਬਾਰਾ ਚੋਣ ਕਰਾਈ ਜਾਵੇ ਤਾਂ ਜੋ ਵਾਰਡ ਵਾਸੀਆਂ ਨੂੰ ਇਨਸਾਫ ਹੈ ਉਹ ਮਿਲ ਸਕੇਗਾ। ਠੀਕ ਹੈ ਜੀ, ਇਹ ਸੀਗੇ ਜਥੇਦਾਰ ਸੁਰਜੀਤ ਸਿੰਘ ਗੜੀ। ਸ਼ਹਿਰ ਦੇ ਵਿੱਚ ਜੋ ਗੁੰਡਾਗਰਦੀ ਦਾ ਨੰਗਾ ਨਾਚ ਨਿਊਜ਼ 18 ਪੰਜਾਬ ਨੇ ਦਿਖਾਇਆ, ਹੋਰ ਚੈਨਲਾਂ ਤੇ ਵੀ ਲਗਾਤਾਰ ਜਿਹੜਾ ਜਾਰੀ ਹੈ। ਹੁਣ ਦੇਖਣਾ ਇਹ ਹੋਏਗਾ, ਹੁਣ 4 ਵਜੇ ਵਾਲੇ ਹੈ, ਹੁਣ ਜਿਹੜਾ ਹੈਗਾ ਜਗ੍ਹਾ ਜਗ੍ਹਾ ਤੋਂ ਜਿਹੜੇ ਆ ਫੋਨ ਆ ਰਹੇ ਲਗਾਤਾਰ ਵੀ ਉਰੇ ਬੂਥ ਕੈਪਚਰਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਕਰਦਾ ਹੈ। ਰਾਜਪੁਰਾ ਤੋਂ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ, ਨਿਊਜ਼ 18।